ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਹਾਂ ਵਰੁਣ ਸੱਗੜ। ਪੰਜਾਬ ਦੇ ਵਿੱਚ ਇਲੈਕਸ਼ਨ ਮੋਡ ਚੱਲ ਰਿਹਾ। ਹਰ ਜ਼ਿਲ੍ਹੇ ਦੇ ਵਿੱਚ ਪੂਰੀ ਤਿਆਰੀਆਂ ਜਿਹੜੀਆਂ ਨੇ ਚੁਣਾਵ ਨੂੰ ਲੈ ਕੇ ਮੁਕੰਮਲ ਕਰ ਲਈਆਂ ਗਈਆਂ। ਗੱਲ ਕਰ ਰਹੇ ਹਾਂ ਲੁਧਿਆਣਾ ਸ਼ਹਿਰ ਦੀ। ਲੁਧਿਆਣਾ ਸ਼ਹਿਰ ਦੇ ਵਿੱਚ ਵੀ ਜ਼ਿਲ੍ਹਾ ਚੋਣ ਅਫਸਰ ਡੀਸੀ ਵਰਿੰਦਰ ਕੁਮਾਰ ਸ਼ਰਮਾ ਜੀ ਬੀਤੇ ਲੰਮੇ ਸਮੇਂ ਤੋਂ ਤਿਆਰੀਆਂ 'ਚ ਜੁਟੇ ਹੋਏ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ 20 ਫਰਵਰੀ ਨੂੰ ਵੋਟਾਂ ਹੋਣ ਜਾ ਰਹੀਆਂ ਕਿ ਤਿਆਰੀਆਂ ਮੁਕੰਮਲ ਕਿਸ ਤਰੀਕੇ ਨਾਲ ਕਰ ਲਈਆਂ ਤੇ ਕਿਹੜੀਆਂ ਚੁਣੌਤੀਆਂ ਉਹਨਾਂ ਨੂੰ ਇਸ ਦੌਰਾਨ ਫੇਸ ਕਰਨੀਆਂ ਪਈਆਂ ਤੇ ਕਿੰਨੇ ਲੋਕ ਨੇ ਜਿਹੜੇ ਇਸ ਦੌਰਾਨ ਵੋਟ ਪਾਉਣ ਆਉਣਗੇ। ਸਰ, ਚੋਣਾਂ ਦੀ ਤਿਆਰੀਆਂ ਨੂੰ ਲੈ ਕੇ ਕੀ ਕਹੋਗੇ? ਕਿਸ ਤਰ੍ਹਾਂ ਮੁਕੰਮਲ ਕੀਤੀਆਂ ਤੇ ਹੁਣ ਆਪਣੀ ਮੁਕੰਮਲ ਤਿਆਰੀ ਕੰਪਲੀਟ ਹੈ 20 ਫਰਵਰੀ ਨੂੰ ਲੈ ਕੇ? ਬਿਲਕੁਲ ਸਾਡੀ 20 ਫਰਵਰੀ ਨੂੰ ਜਿਹੜੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਤਿਆਰੀ ਮੁਕੰਮਲ ਹੈ। ਵਰੁਣ ਜੀ, ਇਹ ਬੜਾ ਲੰਬਾ ਪ੍ਰੋਸੈਸ ਹੈ। ਇਲੈਕਸ਼ਨ ਮਸ਼ੀਨਰੀ ਜਿਹੜੀ ਹੈਗੀ ਹੈ 5 ਸਾਲ ਕੰਮ ਕਰਦੀ ਰਹਿੰਦੀ ਹੈ। ਹਰ ਸਾਲ ਅਸੀਂ ਵੋਟਰ ਸੂਚੀਆਂ ਦੀ ਸੁਧਾਈ ਕਰਦੇ ਹਾਂ। ਇਸ ਵਾਰ ਦੀ ਜਿਹੜੀ ਵੋਟਰ ਸੂਚੀ ਦੀ ਸੁਧਾਈ ਹੈਗੀ ਹੈ ਉਹ 1 ਨਵੰਬਰ ਤੋਂ ਸ਼ੁਰੂ ਹੋ ਗਈ ਸੀ। 1 ਤੋਂ 30 ਤੱਕ ਅਸੀਂ ਫਾਰਮ ਲਿੱਤੇ। ਉਹ ਜਿਹੜੀ ਵੋਟਰ ਸੂਚੀ ਹੈਗੀ ਹੈ 5 ਜਨਵਰੀ ਨੂੰ ਪ੍ਰਕਾਸ਼ਿਤ ਹੋਈ ਸੀ। 5 ਜਨਵਰੀ ਤੋਂ 21 ਜਨਵਰੀ ਤੱਕ ਫਿਰ ਅਸੀਂ ਫਾਰਮਸ ਲਿੱਤੇ। ਉਹ ਜਿਹੜੀ ਅੰਤਮ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋ ਕੇ ਪੋਲੀਟੀਕਲ ਪਾਰਟੀਆਂ ਨੂੰ ਅਸੀਂ ਦੇਤੀ। ਜੇ ਕੋਈ ਪ੍ਰਾਈਵੇਟ ਬੰਦਾ ਜਾਂ ਆਜ਼ਾਦ ਉਮੀਦਵਾਰ ਲੈਣਾ ਚਾਹੁੰਦਾ ਹੈ ਤਾਂ 2 ਰੁਪਏ ਪਰ ਪੇਜ ਦੇ ਕੇ ਇਲੈਕਸ਼ਨ ਤਹਿਸੀਲਦਾਰ ਆਫਿਸ DC ਆਫਿਸ ਤੋਂ ਇਹ ਵੋਟਰ ਸੂਚੀਆਂ ਲੈ ਸਕਦਾ ਹੈ। ਦੂਜੀ ਗੱਲ ਇਹ ਹੈ ਕਿ ਇਹਦੇ ਲਈ ਜੋ ਵੀ ਸਿਵਲ ਸਟਾਫ ਲੱਗਣਾ ਉਹਦੀਆਂ 4 ਟ੍ਰੇਨਿੰਗਸ ਅਸੀਂ 23 ਜਨਵਰੀ 30 ਜਨਵਰੀ 8 ਫਰਵਰੀ ਤੇ 13 ਫਰਵਰੀ ਨੂੰ ਕਰਤੀਆਂ। ਹੁਣ 19 ਤਰੀਕ ਨੂੰ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਜਿਹੜੇ ਸਟੇਸ਼ਨ ਨੇ ਉਹਨਾਂ ਤੇ ਭੇਜਿਆ ਜਾਣਾ। ਡਿਪਲੋਇਮੈਂਟ ਪਲਾਨ ਹੈ ਜਿਹੜੀ ਪੁਲਿਸ ਨੇ ਤਿਆਰ ਕਰ ਲਈ ਹੈ ਔਰ EVMs ਵੀ ਅਸੀਂ ਪੂਰੀਆਂ ਤਿਆਰ ਕਰ ਲਈਆਂ। ਸਾਰੀਆਂ ਸਾਡੇ ਵੱਲੋਂ ਤਿਆਰੀਆਂ ਹੁਣ ਮੁਕੰਮਲ ਨੇ। ਅਸੀਂ 19 ਤਰੀਕ ਦੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਸਰ, ਲੁਧਿਆਣਾ ਦੇ ਵਿੱਚ ਕਿੰਨੇ ਕੁ ਬੂਥ ਜਿਹੜੇ ਤੁਸੀਂ ਬਣਾਏ ਨੇ ਜਾਂ ਕਿੰਨੇ ਸੈਂਸਿਟਿਵ ਬੂਥ ਹੈ ਜਿਹੜੇ ਡਿਕਲੇਅਰ ਕੀਤੇ ਨੇ? ਉਸ ਦੌਰਾਨ ਉੱਥੇ ਕਿਹੜੀ ਚੌਕਸੀ ਹੈ ਜੋ ਜ਼ਿਆਦਾ ਤੁਸੀਂ ਉਸ ਵੇਲੇ ਧਿਆਨ ਰੱਖੋਗੇ? ਦੇਖੋ, ਇਸ ਤਰ੍ਹਾਂ ਹੈਗਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕੁੱਲ 2965 ਪੋਲਿੰਗ ਸਟੇਸ਼ਨ ਨੇ, ਜਿਹਨੂੰ ਆਮ ਭਾਸ਼ਾ 'ਚ ਪੋਲਿੰਗ ਬੂਥ ਕਹਿ ਦਿੰਦੇ ਆ। ਪਰ 8 ਜਨਵਰੀ ਨੂੰ ਜਦੋਂ ਚੋਣ ਕਮਿਸ਼ਨ ਨੇ ਚੋਣਾਂ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਵੀ ਕਿਸੇ ਪੋਲਿੰਗ ਸਟੇਸ਼ਨ ਤੇ 1250 ਤੋਂ ਉੱਤੇ ਵੋਟਾਂ ਵੱਧ ਜਾਂਦੀਆਂ, ਕੋਵਿਡ ਨੂੰ ਧਿਆਨ 'ਚ ਰੱਖਦੇ ਹੋਏ ਉੱਥੇ ਇੱਕ ਆਗਜ਼ੀਲਰੀ ਬੂਥ ਐਕਸਟਰਾ ਬਣਾਇਆ ਜਾਵੇ। ਸਾਡੇ ਜ਼ਿਲ੍ਹੇ 'ਚ 14 ਬੂਥ ਐਸੇ ਸੀਗੇ 2965 ਤੋਂ ਇਲਾਵਾ ਜਿੱਥੇ ਕਿ 1250 ਤੋਂ ਉੱਤੇ ਵੋਟਾਂ ਸੀ। ਤੋ ਇਹ 14 ਜੋੜ ਕੇ ਜਿਹੜੇ ਆਗਜ਼ੀਲਰੀ ਬਣੇ ਆ ਤਾਂ 2979 ਸਾਡੇ ਕੋਲ ਟੋਟਲ ਪੋਲਿੰਗ ਸਟੇਸ਼ਨ ਬਣ ਗਏ ਆ। ਔਰ ਇਹਨਾਂ ਦੇ ਲਈ ਅਸੀਂ ਪੋਲਿੰਗ ਪਾਰਟੀਆਂ ਨੂੰ ਟ੍ਰੇਨ ਕਰਤਾ। ਜਿਹੜੀਆਂ EVM ਮਸ਼ੀਨਾਂ ਨੇ ਤਿਆਰ ਕਰ ਲਈਆਂ। BU ਤੇ ਜਿਹੜੇ CU ਹੈਗੇ ਨੇ ਉਹ 20% ਐਕਸਟਰਾ ਦਿੱਤੇ ਨੇ ਔਰ VVPAT 30% ਐਕਸਟਰਾ ਦਿੱਤੇ ਨੇ। ਸੋ ਇਸ ਤਰ੍ਹਾਂ ਕਰਕੇ ਸਾਡੀ ਪੂਰੀ ਤਿਆਰੀ ਇਸ 'ਚ ਮੁਕੰਮਲ ਹੈ। ਰਹੀ ਗੱਲ ਇਹਨਾਂ ਨੂੰ ਜਿਹੜੀ ਸੰਵੇਦਨਸ਼ੀਲ ਘੋਸ਼ਿਤ ਕਰਨ ਦੀ, ਹੁਣ ਜਿਹੜਾ ਵਰਡ ਹੈ ਉਸ 'ਚ ਕ੍ਰਿਟੀਕਲ ਵਰਡ ਯੂਜ਼ ਕਰਦੇ ਆ। ਇਹਨਾਂ 'ਚੋਂ 785 ਬੂਥ ਐਸੇ ਨੇ, ਲਗਭਗ ਤੁਸੀਂ ਲਗਾ ਲਓ ਕਿ ਵੀ 25% ਜਿਨ੍ਹਾਂ ਨੂੰ ਕਿ ਕ੍ਰਿਟੀਕਲ ਡਿਕਲੇਅਰ ਕੀਤਾ ਗਿਆ। ਕ੍ਰਿਟੀਕੈਲਿਟੀ ਦੇ ਲਈ ਮੁੱਖ ਤੌਰ 'ਤੇ ਇਹੀ ਹੈ ਕਿ ਉੱਥੇ ਪੁਰਾਣੀ ਕੋਈ ਪੋਲ ਵਾਇਲੈਂਸ ਜਾਂ ਟੈਂਸ਼ਨਸ ਜਾਂ ਕੋਈ ਹੀਨੀਅਸ ਕ੍ਰਾਈਮ ਉੱਥੇ ਹੋਇਆ ਹੋਵੇ ਜਾਂ 90% ਤੋਂ ਵੱਧ ਵੋਟਾਂ ਪੈ ਕੇ ਇੱਕ ਬੰਦੇ ਨੂੰ 75% ਤੋਂ ਵੱਧ ਵੋਟਾਂ ਪਈਆਂ ਹੋਣ। ਇਸ ਤਰ੍ਹਾਂ ਦੇ ਕਈ ਫੈਕਟਰ ਨੇ, ਉਹ ਸਾਰੇ ਕਾਰਕ ਅਸੀਂ ਦੇਖ ਕੇ ਪੁਲਿਸ ਦੇ ਨਾਲ ਜੁਆਇੰਟਲੀ ਇਹਨਾਂ ਨੂੰ ਕ੍ਰਿਟੀਕਲ ਘੋਸ਼ਿਤ ਕੀਤਾ। ਕ੍ਰਿਟੀਕਲ ਦੇ ਲਈ ਤੁਸੀਂ ਜਿਹੜੀ ਗੱਲ ਪੁੱਛ ਰਹੇ ਹੋ ਵੀ ਕੀ ਕੀਤਾ ਜਾਂਦਾ, ਸੰਵੇਦਨਸ਼ੀਲ ਬੂਥਾਂ ਦੇ ਵਿੱਚ ਕੋਈ ਇੱਕ ਚੀਜ਼, 2-3 ਚੀਜ਼ਾਂ ਨੇ। ਪਹਿਲੀ ਗੱਲ ਤਾਂ ਜਾਂ ਤਾਂ ਉੱਥੇ ਤੁਸੀਂ CPMF ਲਾਓ, ਮਤਲਬ ਪੈਰਾਮਿਲਟਰੀ ਫੋਰਸ ਲਾਓ, ਜਾਂ ਉੱਥੇ ਮਾਈਕਰੋ ਆਬਜ਼ਰਵਰ ਲਾਓ ਜਾਂ ਵੈਬਕਾਸਟਿੰਗ ਕਰੋ। ਅਸੀਂ ਇਸ 'ਚ ਕੋਈ ਵੀ ਸਟੋਨ ਅਨਟਰਨ ਨਹੀਂ। ਇੱਕ ਤਾਂ ਇਹ ਹੈ ਕਿ ਜਿੰਨੇ ਵੀ ਕ੍ਰਿਟੀਕਲ ਬੂਥ ਨੇ ਉੱਥੇ 100% CPMF ਅਸੀਂ ਲਾਵਾਂਗੇ। ਸੈਂਟਰਲ ਪੈਰਾਮਿਲਟਰੀ ਫੋਰਸਿਸ ਨੇ, ਅੱਜ ਕੱਲ੍ਹ CPAF ਉਹਨੂੰ ਕਹਿੰਦੇ ਆ, ਸੈਂਟਰਲ CAPF ਸੈਂਟਰਲ ਆਰਮਡ ਪੁਲਿਸ ਫੋਰਸਿਸ। CAPF ਤੋਂ ਇਲਾਵਾ ਅਸੀਂ ਉੱਥੇ 100% ਬੂਥਾਂ 'ਤੇ ਵੈਬਕਾਸਟਿੰਗ ਦਾ ਵੀ ਇੰਤਜ਼ਾਮ ਕੀਤਾ ਹੋਇਆ ਹੈਗਾ। ਔਰ ਮਾਈਕਰੋ ਆਬਜ਼ਰਵਰ ਵੀ ਅਸੀਂ 1000 ਦੇ ਕਰੀਬ ਲਗਾ ਰਹੇ ਹਾਂ। ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੇ ਪੋਲਿੰਗ ਸਟੇਸ਼ਨਸ ਐਸੇ ਨੇ ਕਿ ਜਿਹੜੇ ਸੰਵੇਦਨਸ਼ੀਲ ਨੇ ਉਹਨਾਂ ਨੂੰ ਮਾਈਕਰੋ ਆਬਜ਼ਰਵਰ ਦੇ ਨਾਲ ਵੀ ਕਵਰ ਕੀਤਾ ਜਾਵੇ। ਬਟ ਇਹ ਤਿੰਨੇ ਚੀਜ਼ਾਂ 'ਚੋਂ ਇੱਕ ਚੀਜ਼ ਵੀ ਹੋ ਜੇ ਤਾਂ ਉਹ ਵੀ ਸਫੀਸ਼ੀਐਂਟ ਹੈ। ਪਰ ਅਸੀਂ ਇਹਨਾਂ ਬੂਥਾਂ ਦਾ ਵਿਸ਼ੇਸ਼ ਧਿਆਨ ਰੱਖਾਂਗੇ। ਇਸ ਤੋਂ ਇਲਾਵਾ ਅਦਰਵਾਈਜ਼ ਵੀ ਜਿਹੜੇ ਅਸੀਂ ਓਵਰਆਲ ਲਾਅ ਐਂਡ ਆਰਡਰ ਦਾ ਇਸ ਤਰ੍ਹਾਂ ਦਾ ਮੇਨਟੇਨ ਕਰਾਂਗੇ ਤਾਂ ਕਿ ਬਿਨਾਂ ਕਿਸੇ ਡਰ ਭੈ ਤੋਂ ਸਾਰੇ ਵੋਟਰ ਹੈ ਜਿਹੜੇ ਆਪਣੀ ਵੋਟ ਪਾ ਸਕਣ। ਸਰ, ਕੁਝ ਏਰੀਆਜ਼ ਦੇ ਵਿੱਚ 2-3 ਘਟਨਾਵਾਂ ਇਹੋ ਜਿਹੀਆਂ ਵਾਪਰ ਗਈਆਂ ਕਿ ਜਿਹੜੇ ਉੱਥੇ ਰਹਿਣ ਵਾਲੇ ਵਸਨੀਕ ਨੇ ਕਿਤੇ ਨਾ ਕਿਤੇ ਮਨ ਦੇ ਵਿੱਚ ਡਰ ਵੀ ਪੈ ਗਿਆ ਕਿ ਅਸੀਂ ਜੇ ਬਾਹਰ ਵੋਟ ਪਾਉਣ ਗਏ ਤਾਂ ਕਿਤੇ ਉੱਥੇ ਝੜਪ ਨਾ ਹੋ ਜਾਵੇ। ਇਸ ਨੂੰ ਲੈ ਕੇ ਕੁਝ ਹੋਰ ਵੀ ਇਸ ਤਰੀਕੇ ਦੇ ਨਾਲ ਕੁਝ ਇੰਤਜ਼ਾਮ ਕੜੇ ਕੀਤੇ ਨੇ ਤਾਂ ਕਿ ਜਿਹੜਾ ਲੋਕਾਂ ਦੇ ਮਨ 'ਚ ਜਿਹੜੀ ਦਹਿਸ਼ਤ ਜਾਂ ਡਰ ਇਸ ਸਮੇਂ ਫੈਲਿਆ ਉਹਨੂੰ ਦੂਰ ਕੀਤਾ ਜਾ ਸਕੇ। ਨਹੀਂ, ਉਹ ਤਾਂ ਅਸੀਂ ਬੜੀ ਪਹਿਲਾਂ ਹੀ ਸਖਤੀ ਨਾਲ ਕਾਰਵਾਈ ਕੀਤੀ ਹੈ। ਤੁਸੀਂ ਆਤਮ ਨਗਰ ਦੀ ਘਟਨਾ ਵੱਲ ਇਸ਼ਾਰਾ ਕਰ ਰਹੇ ਹੋ। ਉਹ ਘਟਨਾ ਜਦੋਂ ਹੋਈ ਹੈ 7 ਤਰੀਕ ਦੀ ਮੈਨੂੰ ਲੱਗਦਾ ਗੱਲ ਹੈ, ਨਾਲ ਦੀ ਨਾਲ ਹੀ ਉਹਨਾਂ ਦੀ 24 ਘੰਟੇ ਦੀ ਸਰਵੇਲੈਂਸ ਹੋ ਰਹੀ ਹੈ।
ਦੋਨੋਂ ਉਮੀਦਵਾਰਾਂ ਦੀ। ਉਸ ਤੋਂ ਬਾਅਦ ਕੋਈ ਟੈਨਸ਼ਨ ਨਹੀਂ ਹੋਈ ਉੱਥੇ। ਦੂਜੀ ਗੱਲ, ਉਹਨੂੰ ਪੂਰੀ ਛਾਉਣੀ 'ਚ ਤਬਦੀਲ ਕਰਕੇ, ਜੇ ਤੁਸੀਂ ਦੇਖੋ ਤਾਂ ਸਭ ਤੋਂ ਵੱਧ ਜਿਹੜੀ CRPF ਔਰ CAPF ਅਸੀਂ ਲਗਾਈ ਹੈ, ਉਹ ਵੱਧ ਤੋਂ ਵੱਧ ਉਸ ਇਲਾਕੇ 'ਚ ਲਗਾਈ ਹੈ। ਇਸ ਤੋਂ ਇਲਾਵਾ ਪੂਰੇ ਜ਼ਿਲ੍ਹੇ 'ਚ ਹੀ ਇਹਨਾਂ ਦਾ ਸਪਰੈਡ ਕੀਤਾ ਜਾਊਗਾ। ਸੈਂਟਰਲ ਹਲਕੇ ਤੋਂ ਵੀ ਕੁਝ ਉਮੀਦਵਾਰਾਂ ਨੇ ਬਾਰ-ਬਾਰ ਸਾਨੂੰ ਲਿਖਤੀ ਦਿੱਤਾ ਵੀ ਇੱਥੇ ਜਿਹੜੀ ਹੈਗੀ ਹੈ ਸੈਂਟਰਲ ਫੋਰਸਿਸ ਲਗਾਈਆਂ ਜਾਣ। ਉੱਥੇ ਵੀ ਅਸੀਂ ਲਗਾ ਰਹੇ ਹਾਂ। ਸਾਹਨੇਵਾਲ, ਗਿੱਲ, ਸਾਊਥ ਤੇ ਆਤਮਨਗਰ, ਇਹ 4 ਹਲਕੇ ਤਾਂ ਵੈਸੇ ਹੀ ਪਹਿਲਾਂ ਹੀ ਖਰਚੇ ਦੇ ਤੌਰ ਤੇ ਸੰਵੇਦਨਸ਼ੀਲ ਘੋਸ਼ਿਤ ਕੀਤੇ ਜਾ ਚੁੱਕੇ ਆ, ਤਾਂ ਇੱਥੇ ਅਸੀਂ ਵਿਸ਼ੇਸ਼ ਧਿਆਨ ਦੇ ਰਹੇ ਹਾਂ। ਸੋ ਕਿਸੇ 'ਚ ਕੋਈ ਇਸ ਤਰ੍ਹਾਂ ਦੀ ਦਹਿਸ਼ਤ ਨਹੀਂ। ਜਿੱਥੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ ਉੱਥੇ ਅਸੀਂ ਧਿਆਨ ਦਿੰਦੇ ਹਾਂ। ਗਿੱਲ ਕੌਂਸਟੀਚੁਐਂਸੀ ਦੇ ਵਿੱਚ ਕੱਲ੍ਹ ਤੋਂ ਪਹਿਲੀ ਰਾਤ ਸੀ ਜਿਹੜੀ, ਮਤਲਬ ਅੱਜ 15 ਦੀ ਰਾਤ ਹੈ, 13 ਤੇ 14 ਦੀ ਇੰਟਰਵੀਨਿੰਗ ਰਾਤ ਹੈ। 13 ਦੀ ਸ਼ਾਮ ਨੂੰ ਕਿਤੇ ਕੋਈ ਕਿਸਾਨ ਯੂਨੀਅਨ ਦੇ ਕੁਝ ਨੁਮਾਇੰਦਿਆਂ ਨਾਲ ਇੱਕ ਪੋਲੀਟੀਕਲ ਪਾਰਟੀ ਦੇ ਕਿਸੇ ਉਮੀਦਵਾਰ ਦੀ ਕਹਾ-ਸੁਣੀ ਹੋਈ ਹੈ, ਬਟ ਉੱਥੇ ਵੀ ਕੋਈ ਇਸ ਤਰ੍ਹਾਂ ਦਾ ਕੋਈ ਸੀਰੀਅਸ ਰੂਪ 'ਚ ਕੋਈ ਜ਼ਖਮੀ ਨਹੀਂ ਹੋਇਆ। ਉਹ ਉਮੀਦਵਾਰ ਵੀ ਜਿਹੜੇ ਹੈਗੇ ਆ, ਸਿਵਲ ਹਸਪਤਾਲ 'ਚ 2 ਘੰਟੇ ਰਹਿਣ ਤੋਂ ਬਾਅਦ 1 ਵਜੇ ਉਹਨਾਂ ਨੂੰ ਫ੍ਰੀ ਕਰ ਦਿੱਤਾ ਗਿਆ ਸੀ। ਉਹਨਾਂ ਨੂੰ ਐਕਸਟਰਾ ਸਿਕਿਉਰਿਟੀ ਦੇ ਦਿੱਤੀ ਗਈ ਹੈ, ਪਰ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਉਹ ਆਪ ਚੱਲ ਕੇ ਹਸਪਤਾਲ ਆਏ ਸੀ, ਚੱਲ ਕੇ ਹਸਪਤਾਲ ਤੋਂ ਗਏ ਨੇ। ਸਾਰੇ ਬੰਦੇ ਬਿਲਕੁਲ ਠੀਕ-ਠਾਕ ਨੇ। ਚੋਣ ਪ੍ਰਚਾਰ ਨੂੰ ਲੈ ਕੇ ਕੁਝ ਨਵੀਆਂ ਹਦਾਇਤਾਂ ਆਈਆਂ ਹੋਣ? ਚੋਣ ਪ੍ਰਚਾਰ ਨੂੰ ਲੈ ਕੇ ਕਾਫੀ ਨਵੀਆਂ ਹਦਾਇਤਾਂ ਆਈਆਂ ਨੇ, ਜਿਸ 'ਚ ਕਿ ਪੋਲੀਟੀਕਲ ਪਾਰਟੀਆਂ ਨੂੰ ਹੁਣ ਇਹ ਕਾਫੀ ਪਹਿਲਾਂ ਨਾਲੋਂ ਛੋਟ ਮਿਲੀ ਹੈ। ਇੱਕ ਤਾਂ ਪਦ ਯਾਤਰਾ ਦੀ ਵੀ ਜਿਹੜੀ ਹੈਗੀ ਹੈ ਉਹ ਛੋਟ ਹੋ ਗਈ ਹੈ ਕੋਵਿਡ ਨਿਯਮਾਂ ਦੇ ਤਹਿਤ। ਦੂਜਾ ਛੋਟ ਜਿਹੜੀ ਇਹ ਹੈਗੀ ਹੈ, ਘਰੋਂ ਘਰੀ ਵੀ ਬੰਦੇ ਜਾ ਕੇ ਪ੍ਰਚਾਰ ਕਰ ਸਕਦੇ ਆ। ਤੀਜੀ ਛੋਟ ਜਿਹੜੀ 500 ਇਨਡੋਰ ਤੇ 1000 ਆਊਟਡੋਰ ਦੀ ਜਿਹੜੀ ਲਿਮਿਟ ਸੀ, ਉਹ ਲਿਮਿਟ ਚੱਕ ਕੇ ਹੁਣ ਇਹ ਕਰਤਾ ਵੀ ਜਿਹੜਾ ਵੈਨਿਊ ਹੈ ਉਹਦਾ 50% ਤੁਸੀਂ ਕੱਟ ਕਰ ਸਕਦੇ ਹੋ। ਸੋ ਅਗਰ ਵੈਨਿਊ ਮੰਨ ਲਓ ਕੋਈ ਵੈਨਿਊ 10,000 ਬੰਦਿਆਂ ਨੂੰ ਲੈ ਸਕਦਾ, ਤਾਂ ਉੱਥੇ 5,000 ਨਾਲ ਦਾ ਵੀ ਇਕੱਠ ਹੋ ਸਕਦਾ। ਸੋ ਸਿਰਫ 50% ਦੀ ਹੁਣ ਸ਼ਰਤ ਰਹੇਗੀ। ਅਦਰਵਾਈਜ਼ ਉਹ ਜਿਹੜਾ ਬੰਧਨ ਸੀਗਾ ਉਹ ਚੁੱਕਿਆ ਗਿਆ। ਪਰ ਮੈਂ ਇੱਕ ਸਾਰੇ ਵੋਟਰਸ ਤੇ ਪੋਲੀਟੀਕਲ ਪਾਰਟੀਜ਼ ਤੇ ਕੈਂਡੀਡੇਟਸ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ 18 ਤਰੀਕ ਨੂੰ ਸ਼ਾਮ 6 ਵਜੇ ਤੋਂ ਬਾਅਦ ਸਾਇਲੈਂਸ ਪੀਰੀਅਡ ਸਟਾਰਟ ਹੋ ਜਾਏਗਾ। ਸੋ 18 ਤਰੀਕ ਦਿਨ ਸ਼ੁੱਕਰਵਾਰ 6 ਵਜੇ ਤੋਂ ਬਾਅਦ ਖੁੱਲ੍ਹਾ ਪ੍ਰਚਾਰ ਨਹੀਂ ਕੋਈ ਕਰ ਪਾਏਗਾ। ਸੋ ਇਹਨਾਂ ਕੋਲੇ ਇਫੈਕਟਿਵਲੀ ਤੁਸੀਂ ਦੇਖ ਲਓ ਵੀ ਅੱਜ ਆਪਾਂ 15 ਤਰੀਕ 'ਚ ਬੈਠੇ ਹਾਂ, 15, 16, 17 ਤੇ 18 ਤਰੀਕ ਨੂੰ ਸਮਝੋ ਅੱਧਾ ਦਿਨ, 6 ਵਜੇ ਤੱਕ ਉਨਾ ਹੀ ਸਮਾਂ ਰਹਿ ਗਿਆ। ਸੋ ਇਸ ਸਮੇਂ ਦੇ ਦੌਰਾਨ ਜੋ ਖੁੱਲ੍ਹਾ ਪ੍ਰਚਾਰ ਕਰਨਾ ਉਹ ਕਰ ਲੈਣ। ਉਸ ਤੋਂ ਬਾਅਦ ਅਸੀਂ ਵੋਟਰਸ ਨੂੰ 48 ਘੰਟੇ ਸੋਚਣ ਦਾ ਮੌਕਾ ਦੇਣਾ, ਪਰ ਇਹਨੂੰ ਅਸੀਂ ਸਖਤੀ ਨਾਲ ਲਾਗੂ ਕਰਾਂਗੇ। ਜ਼ਿਲ੍ਹਾ ਵਾਸੀਆਂ ਨੂੰ ਕੀ ਸੰਦੇਸ਼ ਜਾਂ ਸੁਨੇਹਾ ਦੇਣਾ ਚਾਹੋਗੇ 20 ਫਰਵਰੀ ਨੂੰ ਲੈ ਕੇ ਖਾਸ ਕਰਕੇ? ਜ਼ਿਲ੍ਹਾ ਵਾਸੀਆਂ ਨੂੰ ਦੇਖੋ ਇਹੀ ਸੰਦੇਸ਼ ਹੈ ਕਿ ਬਿਲਕੁਲ ਬੇਖੌਫ ਹੋ ਕੇ ਆਉਣ। ਜਿਹੜੀ ਤੁਸੀਂ ਗੱਲ ਕਹੀ ਸੀ, ਕੋਈ ਦਹਿਸ਼ਤ ਵਾਲੀ ਕੋਈ ਗੱਲ ਨਹੀਂ। ਜੇ ਕੋਈ ਕਾਨੂੰਨ ਨੂੰ ਆਪਦੇ ਹੱਥ 'ਚ ਲੈਣ ਦੀ ਕੋਸ਼ਿਸ਼ ਕਰੂਗਾ, ਅਸੀਂ ਬੜੀ ਸਖਤੀ ਨਾਲ ਕਾਰਵਾਈ ਕਰਾਂਗੇ। ਇਲੈਕਸ਼ਨ ਕਮਿਸ਼ਨ ਦੀ ਬੜੀ ਪੈਨੀ ਨਿਗਾਹ, CEO ਪੰਜਾਬ ਅੱਜ ਵੀ ਬੜੀ ਡਿਟੇਲਡ 3 ਘੰਟੇ ਦੀ ਸਾਡੀ VC ਚੱਲੀ ਹੈ, ਔਰ ਇਸ ਚੋਣ ਪ੍ਰਕਿਰਿਆ ਨੂੰ ਹੋਰ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ 14 ਜਿਹੜੇ ਅਬਜ਼ਰਵਰਸ ਨੇ, ਜਿਨ੍ਹਾਂ 'ਚ ਕਿ IAS, IPS ਤੇ IRS ਅਫਸਰ ਦੂਜੇ ਸੂਬਿਆਂ ਤੋਂ ਆ ਕੇ ਇਸ 'ਤੇ ਨਿਗਾਹ ਰੱਖ ਰਹੇ ਆ। ਹੁਣ ਵੋਟਰਸ ਤੇ ਕੀ ਜ਼ਿੰਮੇਵਾਰੀ ਆਇਦ ਹੁੰਦੀ ਹੈ ਵੀ ਉਹਨਾਂ ਨੂੰ ਬੜੇ ਸਾਰੇ ਲੋਭ ਲਾਲਚ, ਪੈਸੇ ਦੇ, ਨਸ਼ਿਆਂ ਦੇ ਦੇਣ ਲਈ ਲੋਕ ਆਉਣਗੇ। ਉਹਨਾਂ ਤੇ ਅਸੀਂ ਤਾਂ ਕਾਰਵਾਈ ਕਰ ਹੀ ਰਹੇ ਹਾਂ, ਪਰ ਜੇ ਕੋਈ ਇੱਦਾਂ ਦੀ ਸੂਚਨਾ ਹੁੰਦੀ ਹੈ, ਸਾਡੇ ਸਿਸਟਮ ਨੂੰ 1950 ਦੇ ਰਾਹੀਂ, CVGIL ਦੇ ਰਾਹੀਂ ਜਾਂ ਆਨਲਾਈਨ ਸ਼ਿਕਾਇਤ ਕਰਕੇ ਸੂਚਨਾ ਦੇਣ। ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਪਰ ਵੋਟਰ ਵੀਰ ਤੇ ਭੈਣਾਂ ਸੂਝਵਾਨ ਨੇ ਜਿਹੜੇ, ਉਹ ਇਸ ਤਰ੍ਹਾਂ ਦੇ ਲੋਭ ਲਾਲਚ, ਧਰਮ, ਜਾਤ ਇਹਨਾਂ ਦੀਆਂ ਬਲਗਣਾਂ ਤੋਂ ਉੱਪਰ ਉੱਠ ਕੇ ਬਿਲਕੁਲ ਔਨ ਮੈਰਿਟ ਵੋਟਿੰਗ ਕਰਨ। ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਵੱਧ ਤੋਂ ਵੱਧ ਵੋਟਿੰਗ ਕਰਨ। 20 ਤਰੀਕ ਨੂੰ ਕੋਈ ਇਹਨੂੰ ਸੰਡੇ ਦੇ ਤੌਰ 'ਤੇ ਇਹ ਨਹੀਂ ਵੀ ਘੋਲ ਕਰਕੇ ਕੋਈ ਘਰੇ ਬੈਠ ਜੇ। ਲੋਕਤੰਤਰ ਦਾ ਇੱਕ ਤਿਉਹਾਰ ਹੈ, 5 ਸਾਲਾਂ ਬਾਅਦ ਆਉਂਦਾ। ਸਾਰੇ ਲੋਕਾਂ ਨੂੰ ਇਹ ਬੇਨਤੀ ਹੈ ਕਿ ਹੁਮਾ ਕੇ ਤੁਸੀਂ ਆਓ, ਵੱਧ ਤੋਂ ਵੱਧ ਸੰਖਿਆ 'ਚ ਆਓ ਔਰ ਇੱਕ ਰਿਕਾਰਡ ਕ੍ਰੀਏਟ ਕਰੋ। ਪਰ ਇਹਦੇ ਨਾਲੋਂ ਨਾਲ ਅਸੀਂ ਉਹਨਾਂ ਦੇ ਉੱਥੇ ਜੋ ਵੀ ਕੰਫਰਟੇਬਲੀ ਸਾਰਾ ਕੁਝ ਕਰਨ ਲਈ ਜਿਹੜਾ ਹੈਗਾ ਅਸੀਂ ਪੂਰੇ ਇੰਤਜ਼ਾਮਾਤ ਕੀਤੇ ਨੇ, ਔਰ ਇਹਦੇ ਨਾਲੋਂ ਨਾਲ ਅਸੀਂ ਬਹੁਤ ਸਾਰਾ 20,000 ਦੇ ਕਰੀਬ ਜਿਹੜਾ ਹੈਗਾ ਸਟਾਫ ਹੈ ਉਹਨੂੰ ਡਿਪਲੋਏ ਕੀਤਾ। ਸਟਾਫ ਬੜੀ ਮਿਹਨਤ ਨਾਲ ਕਰ ਰਿਹਾ। ਆਪਣੀ ਟ੍ਰੇਨਿੰਗ ਵੀ ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਕੀਤੀ ਹੈ। ਉਹਨਾਂ ਨੂੰ ਵੀ ਮੈਂ ਹੱਲਾਸ਼ੇਰੀ ਦੇਣਾ ਚਾਹੁੰਦਾ ਕਿ ਅਸੀਂ ਬਿਲਕੁਲ ਉਹਨਾਂ ਦੇ ਨਾਲ ਹੈ, ਔਰ ਜੇ ਕਿਸੇ ਨੂੰ ਕੋਈ ਦਿੱਕਤ, ਵੋਟਰ ਨੂੰ ਵੀ ਜਾਂ ਸਟਾਫ ਨੂੰ ਕਿਸੇ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਅਸੀਂ ਸਾਰੇ ਇੰਤਜ਼ਾਮਾਤ ਕਰ ਲਏ, ਔਰ ਜਿਹੜੇ ਲੋਕ ਇਸ ਪ੍ਰਕਿਰਿਆ ਦੇ ਵਿੱਚ ਪੂਰੀ ਮਿਹਨਤ ਨਾਲ ਲੱਗੇ ਨੇ, ਉਹ ਫਲਾਈਂਗ ਸਕੁਐਡ ਟੀਮਾਂ ਹੋਣ, ਸਟੇਟ ਟੀਮਾਂ ਹੋਣ, ਪੁਲਿਸ ਵਾਲੇ ਹੋਣ, CPMF ਹੋਵੇ ਜਾਂ ਸਿਵਲ ਦਾ ਸਟਾਫ ਜਿਹੜਾ ਕਿ ਪ੍ਰੈਜ਼ਾਈਡਿੰਗ APRO ਜਾਂ ਪੋਲਿੰਗ ਆਫਿਸਰ ਜਾਂਦੇ ਨੇ। ਇਸ ਵਾਰੀ ਅਸੀਂ ਆਂਗਣਵਾੜੀ ਤੇ ਆਸ਼ਾ ਵਰਕਰਾਂ ਨੂੰ ਬਤੌਰ ਵਲੰਟੀਅਰ ਅਸੀਂ ਕੰਮ ਲੈ ਰਹੇ ਹਾਂ ਕੋਵਿਡ ਸੰਬੰਧੀ। ਤਾਂ ਸਾਰਿਆਂ ਦੇ ਕੰਮ ਦੀ ਸਾਡੇ ਮਨ 'ਚ ਬੜੀ ਇੱਜ਼ਤ ਹੈ, ਬੜੀ ਵੁਕਤ ਹੈ,
ਔਰ ਅਸੀਂ ਇਹਨਾਂ ਦੇ ਕੰਮ ਨੂੰ ਵੈਲਿਊ ਕਰਦੇ ਹਾਂ। ਇਹਨਾਂ ਦੀ ਇਸ ਮਿਹਨਤ ਕਰਕੇ ਹੀ ਇਹ ਜਿਹੜਾ ਲੋਕਤੰਤਰ ਦਾ ਪਰਵ ਹੈ ਸਫਲਤਾ ਨਾਲ ਨਿਪਰੇ ਚਾੜਿਆ ਜਾਵੇਗਾ। ਮੈਂ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਹੋਏ ਇਸ ਗੱਲ ਦਾ ਆਹਵਾਨ ਕਰਦਾ ਹਾਂ ਕਿ ਬਿਲਕੁਲ ਆਪਾਂ ਨਿਊਟਰਲ ਤਰੀਕੇ ਨਾਲ ਵੋਟਾਂ ਪਵਾਈਏ ਤੇ ਸਾਰੇ ਆਜ਼ਾਦ ਉਮੀਦਵਾਰਾਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਲੈਵਲ ਪਲੇਇੰਗ ਫੀਲਡ ਦੇ ਕੇ ਆਪਾਂ ਇੱਕ ਮਿਸਾਲ ਕਾਇਮ ਕਰੀਏ। ਸੋ ਇਹ ਸਨ ਜ਼ਿਲ੍ਹਾ ਚੋਣ ਅਫਸਰ ਡੀਸੀ ਵਰਿੰਦਰ ਕੁਮਾਰ ਸ਼ਰਮਾ ਜੀ, ਜਿਨ੍ਹਾਂ ਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਇਸ ਵਕਤ ਮੁਕੰਮਲ ਕਰ ਲਈਆਂ ਗਈਆਂ ਤੇ ਬੇਸਬਰੀ ਦੇ ਨਾਲ ਉਡੀਕ ਵੀ ਹੈ ਕਿ 20 ਫਰਵਰੀ ਵਾਲੇ ਦਿਨ ਲੋਕ ਵੋਟ ਪਾਣ ਆਣਗੇ ਤੇ ਆਪਣੀ ਸਰਕਾਰ ਨੂੰ ਬਣਾਉਣਗੇ। ਕੈਮਰਾ ਪਰਸਨ ਸਨੀ ਦੇ ਨਾਲ ਵਰੁਣ ਸੱਗੜ, ਦੈਨਿਕ ਸਵੇਰਾ ਟੀਵੀ, ਲੁਧਿਆਣਾ। All World Open Challenge 17-time gold medalist Mia Rafiq Mohammed, पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मिया रफीक मोहम्मद। मोबाइल 84 374 94 647 84 374 94 648। वर्ल्ड फेमस बाबा सलीम खान 21 बार गोल्ड मेडलिस्ट। सारियां थावां तो निराश ते मायूस होने वाले एक बार फोन जरूर करो, जिवें चाहोगे उवें होएगा। इट्स माई प्रॉमिस, इमीडिएटली रिजल्ट। ओपन चैलेंज, इल्मां दे माहिर A to Z समस्यावां दा फोन ते घर बैठे करवाओ हल। वशीकरण ते मुठ करनी, लव मैरिज, सौतन ते दुश्मन तो छुटकारा, पक्का काम पक्का हल, 101% गारंटी, अष्टाम पेपर समेत। सब तो पहला काम करन दा वादा, नौकरी, प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी च अनबन, जादू टोना, मनमोहनी वशीकरण करवाओ जा तुड़वाओ, रुस्से नूं मनाउणा। हुणे कॉल करो बाबा सलीम खान 98 199 37 467।